ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਧੁਰ ਕੀ ਬਾਣੀ, ਹਰ ਕੀ ਬਾਣੀ, ਸੱਚ ਕੀ ਬਾਣੀ, ਖਸਮ ਕੀ ਬਾਣੀ ਹੈ। ਸੋ ਇਸ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਦੇ ਸ਼ੁੱਧ ਉਚਾਰਨ ਵਾਸਤੇ ਅੱਜ ਆਪਾਂ ਕੁਝ ਜ਼ਰੂਰੀ ਨੁਕਤਿਆਂ ਦੇ ਉੱਤੇ ਵਿਚਾਰ ਕਰ ਰਹੇ ਹਾਂ। ਗੁਰਬਾਣੀ ਦੇ ਦੋ ਰੂਪ ਹਨ, ਵਰਣਾਤਮਕ ਅਤੇ ਭਾਵਾਤਮਕ। ਵਿਆਕਰਨ ਦਾ ਸੰਬੰਧ ਗੁਰਬਾਣੀ ਦੇ ਵਰਣਾਤਮਕ ਰੂਪ ਨਾਲ ਹੈ। ਜੋ ਗੁਰਬਾਣੀ ਦੀ ਡੂੰਘਾਈ ਹੈ, ਅਗਾਧਤਾ ਹੈ, ਗੁਰਬਾਣੀ ਦੀ ਡੂੰਘਾਈ ਦਾ ਸੰਬੰਧ ਭਾਵਾਤਮਕ ਰੂਪ ਦੇ ਨਾਲ ਹੈ। ਸੋ ਗੁਰਬਾਣੀ ਅਕਲ ਦੇ ਨਾਲ ਪੜ੍ਹਨੀ ਚਾਹੀਦੀ ਹੈ, ਪਰ ਕਈ ਵੀਰ ਕਹਿ ਦਿੰਦੇ ਹਨ ਕਿ ਜਿਵੇਂ ਲਿਖਿਆ ਹੈ ਉਵੇਂ ਪੜ੍ਹੋ। ਤਾਂ ਫਿਰ ਸੋਚੋ ਕਿ ਪਹਿਲਾ ਹੀ ਲਫ਼ਜ਼ ਇੱਕ ਉਹ ਲਿਖਿਆ ਹੋਇਆ ਹੈ, ਪਰ ਆਪਾਂ ਸਾਰੇ ਪੜ੍ਹਦੇ ਹਾਂ ਇੱਕ ਓਅੰਕਾਰ। ਸੋ ਸਿੱਧ ਹੋਇਆ ਕਿ ਗੁਰਬਾਣੀ ਦਾ ਪਹਿਲਾ ਹੀ ਲਫ਼ਜ਼ ਆਪਾਂ ਜਿਵੇਂ ਲਿਖਿਆ ਹੈ ਉਵੇਂ ਨਹੀਂ ਪੜ੍ਹਦੇ, ਨਿਯਮ ਦੇ ਮੁਤਾਬਕ ਪੜ੍ਹਦੇ ਹਾਂ। ਫਿਰ ਕਿੰਨੇ ਥਾਵਾਂ 'ਤੇ ਲਿਖਿਆ ਮੰਮਾ ਦੋ ਬਿੰਦੀਆਂ ਤਿੰਨ, ਆਪਾਂ ਸਾਰੇ ਹੀ ਮਹੱਲਾ ਤੀਜਾ ਪੜ੍ਹਦੇ ਹਾਂ। ਫਿਰ ਲਿਖਿਆ ਹੈ ਦ੍ਰਿੜੰਤਨ ਦੋ ਬਿੰਦੀਆਂ, ਇੱਦਾਂ ਤਾਂ ਕੋਈ ਨਹੀਂ ਪੜ੍ਹਦਾ, ਸਾਰੇ ਪੜ੍ਹਦੇ ਹਾਂ ਦ੍ਰਿੜੰਤਨ ਹੈ, ਭਾਵ ਕਿ ਜੋ ਦੋ ਬਿੰਦੀਆਂ ਇਹ ਵਿਸਰਗਾਂ ਹਨ ਅਤੇ ਇਹਨਾਂ ਦੀ ਆਵਾਜ਼ ਹਾਹੇ ਦੀ ਤਰ੍ਹਾਂ ਆਉਂਦੀ ਹੈ, ਇਹ ਨਿਯਮ ਹੈ। ਫਿਰ ਕਿੰਨੇ ਹੀ ਲਫ਼ਜ਼ ਹਨ ਜਿਨ੍ਹਾਂ ਨੂੰ ਦੋ ਲਗਾਂ ਲੱਗੀਆਂ ਹੋਈਆਂ ਹਨ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਇੱਥੇ ਜੋ ਗੋਬਿੰਦ ਲਫ਼ਜ਼ ਹੈ ਇਹਦੇ ਗੱਗੇ ਨੂੰ ਦੋ ਲਗਾਂ ਲੱਗੀਆਂ ਹੋਈਆਂ ਹਨ, ਹੋੜਾ ਤੇ ਔਂਕੜ। ਹੁਣ ਸੋਚੋ ਵੀ ਜਿਵੇਂ ਲਿਖਿਆ ਹੈ ਉਵੇਂ ਕਿਵੇਂ ਪੜ੍ਹਾਂਗੇ। ਸੋ ਗੱਗੇ ਦਾ ਹੋੜਾ ਦੱਸ ਰਿਹਾ ਹੈ ਕਿ ਅਸਲੀ ਲਫ਼ਜ਼ ਗੋਬਿੰਦ ਹੈ, ਪਰ ਔਂਕੜ ਦੱਸ ਰਹੀ ਹੈ ਕਿ ਇੱਥੇ ਪਿੰਗਲ ਦੇ ਨਿਯਮ ਦੇ ਮੁਤਾਬਕ ਕਾਬ ਤੋਲ ਪੂਰਾ ਕਰਨ ਵਾਸਤੇ ਇੱਕ ਮਾਤਰਾ ਘਟਾ ਕੇ ਔਂਕੜ ਵਾਲਾ ਉਚਾਰਨ ਕਰਨਾ ਹੈ। ਸੋਇਨ ਕਟੋਰੀ ਅੰਮ੍ਰਿਤ ਭਰੀ। ਹੁਣ ਇੱਥੇ ਸੱਸੇ ਨੂੰ ਹੋੜਾ ਵੀ ਲੱਗਿਆ ਹੈ, ਸੱਸੇ ਨੂੰ ਔਂਕੜ ਵੀ ਲੱਗੀ ਹੋਈ ਹੈ, ਪਰ ਆਪਾਂ ਉਚਾਰਨ ਕਰਾਂਗੇ ਇੱਥੇ ਔਂਕੜ ਵਾਲਾ। ਸੋਇਨ ਕਟੋਰੀ ਅੰਮ੍ਰਿਤ ਭਰੀ। ਸੱਸੇ ਦਾ ਹੋੜਾ ਦੱਸ ਰਿਹਾ ਹੈ ਕਿ ਅਸਲੀ ਲਫ਼ਜ਼ ਸੋਇਨ ਹੈ, ਪਰ ਇੱਥੇ ਸੋਇਨ ਬੋਲਣਾ ਹੈ, ਇੱਕ ਮਾਤਰਾ ਘਟਾ ਕੇ ਬੋਲਣਾ ਹੈ, ਇਹ ਨਿਯਮ ਹੈ। ਸੋ ਸਿੱਧ ਹੋਇਆ ਕਿ ਗੁਰਬਾਣੀ ਨੂੰ ਅਕਲ ਦੇ ਨਾਲ ਨਿਯਮ ਦੇ ਮੁਤਾਬਕ ਪੜ੍ਹਨਾ ਹੈ। ਜਿਵੇਂ ਲਿਖਿਆ ਹੈ ਉਵੇਂ ਨਹੀਂ ਪੜ੍ਹਿਆ ਜਾਂਦਾ। ਫਿਰ ਕਿੰਨੇ ਹੀ ਲਫ਼ਜ਼ ਗੁਰਬਾਣੀ ਵਿੱਚ ਆਉਂਦੇ ਹਨ ਜੋ ਵੱਖ-ਵੱਖ ਤਰ੍ਹਾਂ ਲਿਖੇ ਹਨ, ਪਰ ਉਹਨਾਂ ਦਾ ਉਚਾਰਨ ਇੱਕ ਹੀ ਹੁੰਦਾ ਹੈ। ਜਿਸ ਤਰ੍ਹਾਂ ਇਹ ਕਿਤੇ ਤਾਂ ਈੜੀ ਨੂੰ ਲਾਵਾਂ ਹਾਹੇ ਨੂੰ ਔਂਕੜ ਲੱਗੀ ਹੈ, ਕਿਤੇ ਈੜੀ ਨੂੰ ਲਾਵਾਂ ਹਾਹਾ ਮੁਕਤਾ ਹੈ, ਕਿਤੇ ਈੜੀ ਤੇ ਲਾਂ ਹਾਹੇ ਨੂੰ ਹੁਸ਼ਿਆਰੀ ਹੈ, ਪਰ ਆਪਾਂ ਉਚਾਰਨ ਕਰਦੇ ਹਾਂ ਸਾਰੇ ਇਹ। ਜਿੱਥੇ ਹਾਹੇ ਨੂੰ ਔਂਕੜ ਲੱਗੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਚਨ ਪੁਲਿੰਗ ਹੈ। ਜਿੱਥੇ ਇਹ ਲਫ਼ਜ਼ ਦਾ ਹਾਹਾ ਮੁਕਤਾ ਹੈ ਉਹਦਾ ਭਾਵ ਹੈ ਕਿ ਇੱਕ ਵਚਨ ਇਸਤਰੀ ਲਿੰਗ ਹੈ। ਜਿੱਥੇ ਇਹ ਦੇ ਹਾਹੇ ਨੂੰ ਹੁਸ਼ਿਆਰੀ ਲੱਗੀ ਹੋਈ ਹੈ ਉੱਥੇ ਹੁਸ਼ਿਆਰੀ ਇਹ ਦੱਸ ਰਹੀ ਹੈ ਕਿ ਇਹ ਬਹੁਵਚਨ ਹੈ। ਸੋ ਉਚਾਰਨ ਹੋਵੇਗਾ ਇਹ ਜੋ ਔਂਕੜ ਹੈ ਜਾਂ ਇਹ ਲਫ਼ਜ਼ ਦੇ ਹਾਹੇ ਨੂੰ ਹੁਸ਼ਿਆਰੀ ਹੈ, ਇਹ ਲਗਾਂ ਵਿਆਕਰਨਕ ਹਨ, ਇਹ ਉਚਾਰਨਾਤਮਕ ਨਹੀਂ, ਇਹ ਉਚਾਰਨ ਵਾਸਤੇ ਨਹੀਂ। ਜਿਸ ਤਰ੍ਹਾਂ ਸਾਰੇ ਹੀ ਇੱਕ ਬੋਲਦੇ ਹਾਂ, ਪਰ ਲਿਖਿਆ ਹੈ ਕਿਤੇ ਈੜੀ ਨੂੰ ਹੁਸ਼ਿਆਰੀ, ਕੱਕੇ ਨੂੰ ਔਂਕੜ।
किते लिखिया है ईड़ी नूं छिहारी कक्का भाव के कक्का मुक्ता है, किते ईड़ी नूं छिहारी कक्के नूं छिहारी लगी हुई है। सो जिथे एक दे कक्के नूं औंकड़ है उहदा अर्थ है एक वचन पुलिंग। जिथे एक दे लफ्ज दा कक्का मुक्ता है उहदा अर्थ है एक वचन इस्त्रीलिंग। जिथे एक दे कक्के नूं छिहारी है उहदा अर्थ है बहुवचन। जिस तरह एक ना हुक्मी बख्शीस, एक हुक्मी सदा भवाइया है। एक एक दा भाव कई, कई उहदे हुक्म दे मुताबक भवाई जांदे है। जिस तरह ओह लफ्ज है, हुण किते ओह दे हाहे नूं औंकड़ है, किते हाहा मुक्ता है, किते हाहे नूं छिहारी है, पर उचारण इक्को ही होवेगा ओह। जिथे ओह दे हाहे नूं औंकड़ लगी हुई है ਇਹਦਾ अर्थ है कि ਇਹ एक वचन पुलिंग पड़नाम है। जिथे हाहा मुक्ता है ਉਹਦਾ अर्थ है कि ਇਹ एक वचन इस्त्रीलिंग पड़नाम है। जिथे हाहे नूं छिहारी है ਉਹਦਾ अर्थ है ये बहुवचन है। सो उचारण होवेगा ओह, पर ਵੱਖ-ਵੱਖ ਥਾਵਾਂ ਤੇ लिखिया है ਵੱਖ-ਵੱਖ। सो ये जिहड़ी औंकड़ ते छिहारी है ये व्याकरणक है। जिस तरह लफ्ज है आहर, किते आहर दे रारे नूं औंकड़ है, किते रारा मुक्ता है, किते रारे नूं छिहारी है। उचारण इक्को ही होवेगा आहर, पर अर्थ दे विच जदों आपां समझांगे उस वेले आहर सब करदा फिरै, आहर एक ना होए। आहर सब भी होर सारे आहर करदा फिरदा, बहुवचन इत्थे रारा मुक्ता है। आहर एक ना होए, इत्थे रारे नूं औंकड़ है, भाव कि एक आहर। नानक जित आहर जग उधर है, बिरला बूझै कोय। जिस आहर द्वारा जगत दा उधार हुंदा है, गुरु साहब जी कहंदे ओह कोई बिरला ही जाणदा है। सो उत्थे रारे नूं छिहारी आहर द्वारा दा अर्थ हो गया। इस तरह किन्ने थावां दे उत्ते नानक लफ्ज किते कक्का मुक्ता है, किते कक्के नूं औंकड़ है, किते कक्के नूं छिहारी है, पर आपां उचारण सारे नानक ही करदे हां। जो छिहारी ते औंकड़ है ये अर्थ भाव दे वेले इन्हां दी वरतों कीती जांदी है। जिस तरह कोट लफ्ज है, कक्के नूं होरा टैंके नूं छिहारी तां इहदा अर्थ होवेगा करोड़। जे कोट दे टैंके नूं औंकड़ है तो अर्थ होवेगा किला। जे कोट दा टैंका मुक्ता है तो अर्थ होवेगा किले। सो जो कोट दे टैंके नूं छिहारी है ये छिहारी नहीं बोली जाती। कोट नहीं कोई भी पाठ नहीं करता। ਜਾਂ टैंकी नूं औंकड़ है तो कोट, इदां कोई नहीं पाठ करता। उचारण इक्को ही है कोट। जो छिहारी जां औंकड़ है ये अर्थ भाव नूं दस रही है। जिस तरह भगत लफ्ज है, जे तत्ते नूं छिहारी है तो अर्थ होवेगा भगती। तेरी भगत भंडार जी भरे बेअंत बेअंता। तेरी भगती दे बेअंत भंडार भरे पे है। सो जे तत्ता मुक्ता है भगत तो उहदा भाव भगती करन वाले। भगत तेरे मन भामदे, दर सोहण कीरत गावदे। उचारण इक्को ही होवेगा भगत। मुक्त लफ्ज है, हुण जिथे मुक्त दे तत्ते नूं छिहारी है उहदा अर्थ है मुक्ति। जिथे मुक्त लफ्ज दे तत्ते नूं औंकड़ है उहदा अर्थ है मुक्ति प्राप्त करन वाला। जे मुक्त लफ्ज दा तत्ता मुक्ता है तां उहदा अर्थ होवेगा मुक्ति प्राप्त करन वाले, बहुवचन। उचारण इक्को ही है मुक्त। हुण जे मुक्त दे तत्ते नूं छिहारी है तो तत्ते नूं छिहारी बोली नहीं जाती। ये तत्ते नूं छिहारी है जो ये दस रही है कि इत्थे मुक्ति का अर्थ है। फिर जप लफ्ज है, जे पप्पे नूं छिहारी है तो एक क्रियावाचक लफ्ज बन जाता है। जपो, जप के। जे पप्पे नूं औंकड़ है तो ये एक वचन नाल बन जाता है। जिस तरह जप ये गुरबाणी का सरलेख है, उत्थे पप्पे नूं औंकड़ लगी हुई है। जिस तरह कर लफ्ज है,
जे कक्का रारे नूं छिहारी है तां किरियावाचक लफ्ज है। जे कक्का रारे नूं औंकड़ है तां एक वचन नाव है भाव हथ। जे कक्का रारा मुक्ता है तां इहदा भाव बहुते हथ। कामन लफ्ज है। जे नाणे नूं छिहारी है कामन दे तां अर्थ इस्त्री। जे कामन नाणा मुक्ता है तां अर्थ है टूणे। जे नाणे नूं औंकड़ लगी है तां अर्थ है टूणा। सो उचारण इक्को ही होवेगा कामन, पर लिखिया होया वख वख तरह। किते नाणे नूं छिहारी है, किते नाणा मुक्त है, किते नाणा नूं औंकड़ लगी हुई है। खीर लफ्ज जे तां रारे नूं छिहारी है तां उहदा अर्थ होवेगा चौलां ते दुੱਧ तो तैयार कीती हुई खीर, इस्त्री लिंग है। जे खीर लफ्ज दे रारे नूं औंकड़ है तां उहदा अर्थ हो गया दुੱਧ। उचारण इक्को ही होवेगा खीर। उत्थे खीर दे रारे नूं छिहारी नहीं बोलदी, उचारण हो गया खीर। जे खीर रारे नूं औंकड़ लगी है तां औंकड़ भी नहीं बोलदी, उचारण हो गया खीर। खीर इदां तां कोई नहीं बोलदा। सो कहण दा भाव की है कि इदां दे अनेकां ही लफ्ज गुरु ग्रंथ साहिब जी दी गुरबाणी विच हन जिहड़े कि ਵੱਖ-ਵੱਖ तर੍ਹਾਂ नाल लिखे गए हन, पर उन्हां दा उचारण इक्को ही हुंदा है। फिर अगला निजम है गुरबाणी नूं समझण वास्ते कि अर्थ भाव नूं समझदे होए किसी लफ्ज का शुद्ध उचारण करना है। इक्को तरह लिखिया गया लफ्ज ਵੱਖ-ਵੱਖ ਥਾਵਾਂ ते, पर ਉਹਦੇ अर्थ नूं समझदे होए ਵੱਖ-ਵੱਖ ਥਾਵਾਂ ते उचारण ਵੱਖ-ਵੱਖ हुंदा है। जिमें तीन सेर का दिहाड़ी मेहमान, इत्थे सेर का अर्थ है भार दे नाल। जे आ गया चंगियाई आलक करें बुरियाई होए शेर, इत्थे सस्से दे पैर च बिंदा ला के बोलेगा शेर। सो एक सेर है एक शेर है, पर दोवें थावां ते लिखिया इक्को तरह है, पर असीं अर्थ भाव नूं समझदे होए उचारण करना है। जिस तरह जे तां मैनू दा अर्थ है तां मोहे उचारण होवेगा मम्मे नूं होड़ा हाहे नूं छिहारी। पर जिथे अर्थ है मोह दा उथे मोह उचारण होवेगा, भावें मम्मे नूं होड़ा हाहे नूं छिहारी ही लिखिया होवे, पर जे अर्थ उथे मोह दा है तां उथे उचारण होवेगा मोह। जे नाम दा उचारण है तां उचारण होवेगा नाउं। जे नाम दा अर्थ है तां नाउं उचारण हुंदा है, जेता कीता तेता नाउं। जे नहाउण दा अर्थ है तां उचारण हुंदा है अंतरगत तीर्थ मल नहाओ। लिखिया इक्को तरह है, पर उचारण करते हाँ आपां अर्थ भाव नूं समझदे होए। जिस तरह लफ्ज है गग्गा लल्ले नूं विहारी, जे तां गली दा अर्थ है तां उचारण करांगे सिर धर तली गली मेरी आओ। जे गल्लां नाल दा अर्थ है तां उचारण करांगे एक फिरहें घनेरे करहें गल्लां गल्ली किने ना पाया, फिर गल्ली उचारण करांगे। जे गलां विच दा अर्थ है तां गली उचारण करांगे। गली जिन्हां जप माड़ियां लोटे हथ निवग। सो तिन्नों थां ते इक्को तरह ही लिखिया है गग्गा लल्ले नूं विहारी, पर उचारण किते गली होवेगा, किते गल्ली होवेगा, किते गली होवेगा। मुसला आपां बोलते हाँ सारे, थल्ले विछाउण वाला आसन भाव मुसला कोई नहीं बोलता। सारे आपां मशक्कत बोलते हाँ, सस्से दे पैर च बिंदा भी लाउंदे हाँ, ते दुੱਤ उचारण कह लो अध काला उचारण भी करते हाँ। फिर पग लफ्ज है, जे तां कदम का अर्थ है तां पग बोलांगे। पंकज मोह पग नहीं चालै हम देखा तह डूबी वाले। जे पग का अर्थ है तां पग बोलांगे। फरीदा मैं भुलावा पग दा मत मैली हो जाए, लिखिया इक्को तरह ही है पप्पा गग्गा। जे मैल का अर्थ है तां मल बोलांगे। मल कूड़ी नाम उतारी अन जप नाम होआ सचियार। जे पहलवान का अर्थ है तां मल बोलांगे। खुंडा अंदर रख के देन सो मल सजाए। जे बरादरी भाव का अर्थ है तां नाई बोलांगे। नाई उधरियो सैन सेव। जे नहाउण का अर्थ है तां नहाई बोलांगे। लौकी 68 तीर्थ नहाई।
ਜੇ ਵਰਨਮਾਲਾ ਦੇ ਅੱਖਰ ਦਾ ਭਾਵ ਹੈ ਤਾਂ ਬੋਲਾਂਗੇ ਡੱਡਾ ਡਰ ਉਪਜੈ ਡਰ ਜਾਈ। ਡੱਡਾ ਵਰਨਮਾਲਾ ਦਾ ਜੋ ਅੱਖਰ ਹੈ। ਤੇ ਜੇ ਅਰਥ ਹੈ ਡੱਡਾਂ ਦਾ ਤਾਂ ਫਿਰ ਡੱਡਾਂ ਬੋਲਾਂਗੇ। ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਏ। ਲਿਖਿਆ ਇੱਕੋ ਤਰ੍ਹਾਂ ਹੈ ਦੋਨੇ ਥਾਂ ਤੇ, ਡੱਡਾ ਡੱਡੇ ਨੂੰ ਕੰਨਾ, ਪਰ ਉਚਾਰਨ ਹੋਵੇਗਾ ਅਰਥ ਭਾਵ ਮੁਤਾਬਕ। ਸਾਈ ਜੇ ਤਾਂ ਉਹਦਾ ਅਰਥ ਹੈ ਤਾਂ ਸਾਈ ਬੋਲਾਂਗੇ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੇ ਪਰਮਾਤਮਾ ਦਾ ਅਰਥ ਹੈ ਤਾਂ ਬੋਲਾਂਗੇ ਸਾਈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜੇ ਜਿਨ੍ਹਾਂ ਦਾ ਅਰਥ ਹੈ ਤਾਂ ਜਿਨ੍ਹਾਂ ਬੋਲਾਂਗੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਜੇ ਜਿੰਨ ਦਾ ਅਰਥ ਹੈ ਤਾਂ ਬੋਲਾਂਗੇ ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ। ਇੱਥੇ ਨੰਨੇ ਦੇ ਪੈਰ ਦੇ ਵਿੱਚ ਹਾਹਾ ਨਹੀਂ ਲੱਗਣ ਦੇਣਾ, ਜ਼ਬਾਨ ਨੂੰ ਰੋਕ ਕੇ ਬੋਲਣਾ ਹੈ, ਜਿੰਨਾਂ ਦਾ ਅਵਤਾਰ। ਪਰ ਲਿਖਿਆ ਦੋਵੇਂ ਥਾਂ ਤੇ ਇੱਕੋ ਤਰ੍ਹਾਂ ਹੈ। ਜਨ ਪਰ ਉਪਕਾਰੀ ਆਏ। ਤੇ ਜੇ ਜਨ ਲਫ਼ਜ਼ ਫਾਰਸੀ ਦਾ ਲਫ਼ਜ਼ ਹੈ ਤਾਂ ਉੱਥੇ ਉਚਾਰਨ ਹੋਵੇਗਾ ਜਣ। ਜੱਜੇ ਦੇ ਪੈਰ 'ਚ ਬਿੰਦਾ ਲਾ ਕੇ, ਭਾਵ ਇਸਤਰੀ ਦਾ ਅਰਥ, ਜਿਵੇਂ ਬਲਵੰਡ ਖੀਵੀ ਨੇਕ ਜਣ ਜਿਸ ਬਹੁਤੀ ਛਾਉ ਪਤਰਾਲੀ। ਸੋ ਇਦਾਂ ਸਿੱਧ ਹੋਇਆ ਕਿ ਲਿਖੇ ਦੇ ਮੁਤਾਬਕ ਉਚਾਰਨ ਨਹੀਂ ਹੁੰਦਾ। ਕਿਤੇ ਤਾਂ ਅਰਥ ਭਾਵ ਨੂੰ ਸਮਝਦੇ ਹੋਏ ਇੱਕੋ ਲਫ਼ਜ਼ ਦਾ ਉਚਾਰਨ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਹੁੰਦਾ, ਤੇ ਕਿਤੇ ਉਚਾਰਨ ਇੱਕੋ ਹੀ ਹੁੰਦਾ ਪਰ ਉਹਦੇ ਅਰਥ ਵੱਖ-ਵੱਖ ਹੁੰਦੇ ਆ। ਜਿਸ ਤਰ੍ਹਾਂ ਪਹਿਲਾਂ ਆਪਾਂ ਸਮਝ ਲਿਆ ਵੀ ਭਗਤ ਜੇ ਤੱਤੇ ਨੂੰ ਸਿਹਾਰੀ ਲੱਗੀ ਹੈ ਤਾਂ ਭਗਤੀ ਦਾ ਅਰਥ ਹੈ, ਜੇ ਤੱਤਾ ਮੁਕਤਾ ਹੈ ਤਾਂ ਭਗਤੀ ਕਰਨ ਵਾਲਿਆਂ ਦਾ ਅਰਥ ਹੈ। ਉਚਾਰਨ ਇੱਕੋ ਹੀ ਹੁੰਦਾ ਹੈ, ਪਰ ਉਹ ਜੋ ਸਿਹਾਰੀ ਹੈ ਉਹਨੇ ਆਪਾਂ ਨੂੰ ਅਰਥ ਭਾਵ ਦੱਸ ਦਿੱਤਾ। ਜਿਸ ਤਰ੍ਹਾਂ ਪਹਿਲਾਂ ਆਪਾਂ ਵਿਚਾਰਿਆ ਹੈ, ਕੋਟ ਹੈ ਜੇ ਟੈਂਕੇ ਨੂੰ ਸਿਹਾਰੀ ਹੈ ਤਾਂ ਕਰੋੜ, ਜੇ ਟੈਂਕੇ ਨੂੰ ਔਂਕੜ ਹੈ ਤਾਂ ਅਰਥ ਹੈ ਕਿਲਾ। ਉਚਾਰਨ ਦੋਨਾਂ ਦਾ ਇੱਕੋ ਹੀ ਹੈ। ਸੋ ਸਿੱਧ ਹੋਇਆ ਇੱਦਾਂ ਜਿਵੇਂ ਲਿਖਿਆ ਹੈ ਉਵੇਂ ਨਹੀਂ ਬੋਲਿਆ ਜਾਂਦਾ। ਕੁਝ ਲਫ਼ਜ਼ ਇੱਕੋ ਤਰ੍ਹਾਂ ਬੋਲੇ ਜਾਂਦੇ ਆ ਭਾਵੇਂ ਵੱਖ-ਵੱਖ ਤਰ੍ਹਾਂ ਨਾਲ ਲਿਖੇ ਹੈ, ਤੇ ਕੁਝ ਲਫ਼ਜ਼ ਅਰਥਾਂ ਨੂੰ ਸਮਝਦੇ ਹੋਏ ਵੱਖ-ਵੱਖ ਉਚਾਰਨ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਕੀਤਾ ਹੈ ਸ਼ੇਰ ਸ਼ੇਰ, ਮੋਹੇ ਮੋਹ, ਨਾਉ ਨਾਓ, ਗਲੀ ਗੱਲੀ ਗਲੀ। ਸੋ ਇਹ ਪਹਿਲਾ ਨਿਯਮ ਆਪਾਂ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਇੱਕ ਹੋਰ ਵਿਚਾਰ ਕਰੀਏ ਆਪਾਂ, ਜੇ ਦੁੱਤ ਉਚਾਰਨ ਹੋ ਸਕਦਾ ਹੈ ਜਿਸ ਤਰ੍ਹਾਂ ਆਪਾਂ ਕਰਦੇ ਹਾਂ ਸਾਰੇ, ਮੁਸੱਲਾ, ਮਸ਼ੱਕਤ, ਉਚੱਕਾ, ਮੁਹੱਬਤ, ਕੁਸੱਤ, ਫਰਕ। ਪੈਰ ਦੇ ਵਿੱਚ ਬਿੰਦਾ ਲਾ ਕੇ ਵੀ ਉਚਾਰਨ ਕਰਦੇ ਹਾਂ ਫਾਰਸੀ ਦੇ ਲਫ਼ਜ਼। ਜਿਸ ਤਰ੍ਹਾਂ ਮਸ਼ੱਕਤ ਆਪਾਂ ਸਾਰੇ ਪੜ੍ਹਦੇ ਹਾਂ, ਜਿਸ ਤਰ੍ਹਾਂ ਸ਼ੇਰ ਪੜ੍ਹਿਆ ਸੀ ਸੱਸੇ ਦੇ ਪੈਰ 'ਚ ਬਿੰਦਾ ਲਾ ਕੇ। ਪੈਰ ਦੇ ਵਿੱਚ ਹਾਹਾ ਲਾ ਕੇ ਵੀ ਬੋਲਦੇ ਹਾਂ ਸਾਰੇ, ਜਿਵੇਂ ਨਹਾਓ ਲਫ਼ਜ਼ ਆਇਆ ਸੀ, ਜਿੰਨਾ ਲਫ਼ਜ਼ ਆਇਆ ਸੀ। ਫਿਰ ਜੇ ਦੁੱਤ ਉਚਾਰਨ ਹੋ ਸਕਦਾ ਹੈ ਭਾਵ ਅਧਕ ਵਾਲਾ ਉਚਾਰਨ, ਪੈਰ ਵਿੱਚ ਹਾਹਾ ਲਾ ਕੇ ਉਚਾਰਨ ਹੋ ਸਕਦਾ ਹੈ। ਜੇ ਪੈਰ ਵਿੱਚ ਬਿੰਦਾ ਲਾਇਆ ਜਾ ਸਕਦਾ ਹੈ ਤਾਂ ਫਿਰ ਨਾਸਕੀ ਉਚਾਰਨ ਕਿਉਂ ਨਹੀਂ ਹੋ ਸਕਦਾ? ਭਾਵ ਬਿੰਦਾ ਲਾ ਕੇ ਨਾਸਕੀ ਉਚਾਰਨ ਕਿਉਂ ਨਹੀਂ ਹੋ ਸਕਦਾ? ਪਿੰਗਲ ਦਾ ਵੀ ਨਿਯਮ ਹੈ ਕਿ ਨਾਸਕੀ ਉਚਾਰਨ ਕਰਨ ਨਾਲ ਮਾਤਰਾ ਵਿੱਚ ਕੋਈ ਫਰਕ ਨਹੀਂ ਪੈਂਦਾ, ਗੁਰਬਾਣੀ ਵਿੱਚ ਕੋਈ ਘਾਟ ਵਾਧ ਨਹੀਂ। ਐਸਾ ਸੋਚਣਾ ਹੀ ਮਹਾਪਾਪ ਹੈ। ਪਰ ਗੁਰੂ ਅਰਜਨ ਸਾਹਿਬ ਨੇ ਇਹ ਗੁੱਝਾ ਭੇਦ ਰੱਖਿਆ ਹੈ ਕਿ ਜਿਸ ਦੀ ਸੁਰਤ ਅਰਥ ਭਾਵ ਨੂੰ ਸਮਝੇਗੀ ਉਸ ਦੀ ਰਸਨਾ ਹੀ ਸ਼ੁੱਧ ਉਚਾਰਨ ਕਰੇਗੀ। ਉਚਾਰਨ ਤੋਂ ਪਹਿਲਾਂ ਸੁਰਤ ਨੇ ਪਕੜ ਕਰਨੀ ਹੈ। ਜਿਵੇਂ ਅੰਤਰਗਤ ਤੀਰਥ ਮਲ ਨਹਾਓ, ਸੁਰਤ ਨੇ ਸਮਝ ਲਿਆ ਵੀ ਨਹਾਉਣ ਦਾ ਅਰਥ ਹੈ, ਜੀਵ ਨੇ ਉਚਾਰਨ ਕੀਤਾ ਨਹਾਓ। ਜਿਸ ਤਰ੍ਹਾਂ ਕਿ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਸੁਰਤ ਨੇ ਸਮਝ ਲਿਆ ਵੀ ਮੋਰਾਂ ਨੇ ਦਾ ਅਰਥ ਹੈ, ਤੇ ਜੀਵ ਨੇ ਉਚਾਰਨ ਕੀਤਾ ਮੋਰੀ ਰੁਣ ਝੁਣ ਲਾਇਆ। ਜੇ ਸੁਰਤ ਨਾ ਸਮਝਦੀ ਹੋਵੇ ਗੁਰਬਾਣੀ ਨੂੰ ਤਾਂ ਬੋਲਣਾ ਸੀ ਮੋਰੀ ਰੁਣ ਝੁਣ ਲਾਇਆ। ਮੋਰੀ ਮੋਰੀ ਤਾਂ ਹੁੰਦਾ ਗੁਰਦ ਖਲਾਈ ਮੋਰੀ। ਇੱਕ ਮੋਰੀ ਹੈ, ਇੱਕ ਮੋਰੀ ਹੈ, ਲਿਖਿਆ ਦੋਵੇਂ ਥਾਂ ਤੇ ਇੱਕੋ ਤਰ੍ਹਾਂ ਹੈ, ਪਰ ਗੁਰਸਿੱਖ ਦੀ ਸੁਰਤ ਨੇ ਅਰਥ ਭਾਵ ਨੂੰ ਸਮਝਦੇ ਹੋਏ ਸ਼ੁੱਧ ਉਚਾਰਨ ਕਰਨਾ ਹੈ।
ਇਹ ਗੁਰੂ ਜੀ ਨੇ ਗੁੱਝਾ ਭੇਦ ਇਸੇ ਕਰਕੇ ਰੱਖਿਆ ਵੀ ਗੁਰਬਾਣੀ ਪੜ੍ਹਨ ਵੇਲੇ ਗੁਰਸਿੱਖ ਦੀ ਸੁਰਤ ਇਕਾਗਰ ਹੋਣੀ ਚਾਹੀਦੀ ਹੈ ਤੇ ਗੁਰਬਾਣੀ ਨੂੰ ਸਮਝਣ ਤੋਂ ਬਾਅਦ ਹੀ ਗੁਰਬਾਣੀ ਦਾ ਸ਼ੁੱਧ ਉਚਾਰਨ ਕੀਤਾ ਜਾ ਸਕਦਾ ਹੈ। ਇਸ ਕਰਕੇ ਗੁੱਝਾ ਭੇਦ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਰੱਖਿਆ ਹੈ। ਜੇ ਅਸੀਂ ਨਾਸਕੀ ਉਚਾਰਨ ਨਹੀਂ ਕਰਦੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਜਿਸ ਤਰ੍ਹਾਂ ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕਿਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਬਲ ਜਾਈ ਜੀਓ। ਹੁਣ ਇੱਥੇ ਉਚਾਰਨ ਕੀਤਾ ਗਰੀਬਾਂ ਅਨਾਥਾਂ ਤੇਰਾ ਮਾਣਾ, ਇਹ ਤਾਂ ਸ਼ੁੱਧ ਉਚਾਰਨ ਹੋ ਗਿਆ। ਜੇ ਉਚਾਰਨ ਕਰ ਦਿੱਤਾ ਗਰੀਬਾ ਅਨਾਥਾ ਤੇਰਾ ਮਾਣਾ, ਅਨਰਥ ਹੋ ਗਿਆ। ਇਉਂ ਲੱਗੇਗਾ ਅਸੀਂ ਪਰਮਾਤਮਾ ਨੂੰ ਕਹਿ ਰਹੇ ਹਾਂ ਗਰੀਬਾ ਅਨਾਥਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਪਰਮਾਤਮਾ ਜੀ ਨਾ ਤੁਸੀਂ ਡੋਲਦੇ ਹੋ ਨਾ ਅਸੀਂ ਗਿਰਦੇ ਹਾਂ। ਡੋਲਹੋ ਜੇ ਉਚਾਰਨ ਕਰ ਦਿੱਤਾ ਨਾ ਤੁਮ ਡੋਲੋ ਨਾ ਹਮ ਗਿਰਤੇ ਤਾਂ ਅਨਰਥ ਹੋ ਗਿਆ। ਇਉਂ ਲੱਗੇਗਾ ਅਸੀਂ ਪਰਮਾਤਮਾ ਨੂੰ ਕਹਿ ਰਹੇ ਹਾਂ ਕਿ ਪਰਮਾਤਮਾ ਜੀ ਤੁਸੀਂ ਡੋਲੋ ਨਾ। ਕੀ ਪਰਮਾਤਮਾ ਡੋਲਦਾ? ਜਨ ਨਾਨਕ ਤਿਸ ਬਲਿਹਾਰਨੈ, ਜੋ ਆਪ ਜਪੈ ਆਵਰਾਂ ਨਾਮ ਜਪਾਵੈ। ਆਵਰਾਂ ਹੋਰਾਂ ਨੂੰ ਜੇ ਉਚਾਰਨ ਕਰ ਦਿੱਤਾ ਆਵਰਾਂ ਨਾਮ ਜਪਾਵੈ ਤਾਂ ਆਵਰਾਂ ਨਾਮ ਵੀ ਹੋਰ ਹੀ ਨਾਮ, ਇਹ ਅਨਰਥ ਹੋ ਗਿਆ। ਸੋ ਕਹਿਣ ਦਾ ਭਾਵ ਜੇ ਅਸੀਂ ਲੋੜ ਪੈਣ ਤੇ ਨਾਸਕੀ ਉਚਾਰਨ ਨਹੀਂ ਕਰਦੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਜਿੱਥੇ ਉੱਤਮ ਪੁਰਖ ਹੋਵੇ ਉੱਥੇ ਨਾਸਕੀ ਉਚਾਰਨ ਕਰਨਾ ਜ਼ਰੂਰੀ ਹੁੰਦਾ ਹੈ। ਜਿਵੇਂ ਆਖਾਂ ਜੀਵਾਂ ਬਿਸਰੈ ਮਰ ਜਾਉ, ਜੇ ਪਾਠ ਕਰ ਦਿੱਤਾ ਬਿਸਰੈ ਮਰ ਜਾਓ ਫਿਰ ਭਾਵ ਵੀ ਤੁਸੀਂ ਮਰ ਜਾਓ। ਇੱਥੇ ਗੁਰੂ ਨਾਨਕ ਸਾਹਿਬ ਜੀ ਉੱਤਮ ਪੁਰਖ ਦੇ ਵਿੱਚ ਫਸਟ ਪਰਸਨ ਉੱਤਮ ਪੁਰਖ ਦੇ ਵਿੱਚ ਬਾਣੀ ਉਚਾਰਨ ਕਰ ਰਹੇ ਹੈ, ਜਿਸ ਕਰਕੇ ਨਾਸਕੀ ਉਚਾਰਨ ਹੋਵੇਗਾ। ਤੀਰਥ ਨਹਾਵਣ ਜਾਉ ਤੀਰਥ ਨਾਮ ਹੈ। ਗੁਰੂ ਜੀ ਕਹਿੰਦੇ ਮੈਂ ਵੀ ਤੀਰਥ ਤੇ ਨਹਾਉਣ ਜਾਂਦਾ ਹਾਂ, ਪਰ ਮੇਰਾ ਤੀਰਥ ਪਰਮਾਤਮਾ ਦੀ ਯਾਦ ਹੈ। ਪਰਮਾਤਮਾ ਨੂੰ ਯਾਦ ਕਰਨਾ ਹੀ ਮੇਰਾ ਤੀਰਥ ਇਸ਼ਨਾਨ ਹੈ। ਦੱਦਾ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾਂ ਆਪਣਿਆਂ। ਸੋ ਇੱਦਾਂ ਜਿੱਥੇ ਵੀ ਗੁਰਬਾਣੀ ਉੱਤਮ ਪੁਰਖ ਦੇ ਵਿੱਚ ਭਾਵ ਕਿ ਫਸਟ ਪਰਸਨ ਦੇ ਭਾਵ ਦੇ ਵਿੱਚ ਉਚਾਰਨ ਕੀਤੀ ਹੋਈ ਹੈ, ਉੱਥੇ ਨਾਸਕੀ ਉਚਾਰਨ ਕਰਨਾ ਬਹੁਤ ਜ਼ਰੂਰੀ ਹੈ। ਜਿੱਥੇ ਬਹੁਵਚਨ ਹੋਵੇ ਉੱਥੇ ਨਾਸਕੀ ਉਚਾਰਨ ਹੁੰਦਾ ਹੈ, ਭਾਵ ਬਿੰਦੇ ਵਾਲਾ ਉਚਾਰਨ। ਜਿਵੇਂ ਮੋਰੀ ਰੁਣ ਝੁਣ ਲਾਇਆ, ਮੋਰਾਂ ਨੇ। ਪੁੱਤਰੀ ਕੌਲ ਨਾ ਪਾਲਿਓ, ਪੁੱਤਰੀ ਪੁੱਤਰਾਂ ਨੇ। ਜੇ ਉਚਾਰਨ ਕਰ ਦਿੱਤਾ ਪੁੱਤਰੀ ਤਾਂ ਪੁੱਤਰੀ ਤਾਂ ਗੁਰੂ ਨਾਨਕ ਸਾਹਿਬ ਦੇ ਹੈ ਨਹੀਂ ਸੀ। ਪੁੱਤਰੀ ਬਹੁਵਚਨ ਪੁੱਤਰਾਂ ਨੇ। ਗੁਣਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼ ਗੁਣਹੀ ਔਗਣਾ ਦਾ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ। ਹੁਣ ਸਲੋਕਾਂ ਬਹੁਵਚਨ ਆ ਗਿਆ, ਸਲੋਕਾਂ ਨਾਲ ਤਾਂ ਨਹੀਂ ਬੋਲਦੇ ਨਾ, ਸਲੋਕਾਂ ਨਾਲ। ਜਿਉਂ ਮੀਂਹ ਬੁੱਠੈ ਗਲੀਆਂ ਨਾਲਿਆਂ ਟੋਭਿਆਂ ਕਾ ਜਲ, ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਈ ਜਾਵੈ। ਗਲੀਆਂ ਨਾਲਿਆਂ ਟੋਭਿਆਂ ਕਾ ਜਲ ਬਹੁਵਚਨ ਆ ਗਿਆ। ਜੇ ਪਾਠ ਕਰਾਂਗੇ ਗਲੀਆ ਨਾਲਿਆ ਟੋਭਿਆ, ਕਿਸ ਤਰ੍ਹਾਂ ਲੱਗੇਗਾ ਪਾਠ? ਜਿੱਥੇ ਗਿਣਤੀਵਾਚਕ ਸ਼ਬਦਾਂ ਦੇ ਅਖੀਰ ਹਾਹੇ ਨੂੰ ਔਂਕੜ ਲੱਗੀ ਹੁੰਦੀ ਹੈ ਉੱਥੇ ਵੀ ਨਾਸਕੀ ਉਚਾਰਨ ਹੁੰਦਾ ਹੈ। ਜਿਵੇਂ ਦੋਹੋਂ ਚੌਹੋਂ ਪੰਚਹੋਂ। ਫਿਰ ਇਹਨਾਂ ਪੰਕਤੀਆਂ ਵੱਲ ਵੀ ਧਿਆਨ ਦਿਓ। ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ ਗੋਇੰਦਾ। ਜੇ ਪਾਠ ਕਰਾਂਗੇ ਗੋਏ ਦਾ, ਕਿਸ ਤਰ੍ਹਾਂ ਲੱਗੇਗਾ? ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਸੋ ਕਹਿਣ ਦਾ ਭਾਵ ਇੱਦਾਂ ਇਹ ਨਿਯਮਾਂ ਦੇ ਮੁਤਾਬਕ ਜਿੱਥੇ ਉੱਤਮ ਪੁਰਖ ਦੀ ਬਾਣੀ ਹੈ ਜਾਂ ਜਿੱਥੇ ਬਹੁਵਚਨ ਹੈ ਉੱਥੇ ਬਿੰਦੇ ਸਹਿਤ ਨਾਸਕੀ ਉਚਾਰਨ ਕਰਨਾ ਅਤੀ ਜ਼ਰੂਰੀ ਹੈ। ਇੱਕ ਪਾਸੇ ਕਈ ਵੀਰ ਕਹਿ ਦਿੰਦੇ ਆ ਬਿੰਦਾ ਨਹੀਂ ਲਾਉਣਾ, ਨਾਸਕੀ ਉਚਾਰਨ ਨਹੀਂ ਕਰਨਾ, ਦੂਜੇ ਪਾਸੇ ਪੂਰੀ ਪੰਗਤੀ ਲਾਈ ਜਾਂਦੇ ਨੇ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਦਲੀਲ ਦਿੱਤੀ ਜਾ ਰਹੀ ਹੈ, ਕਹਿੰਦੇ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸੀ। ਪਹਿਲੀ ਗੱਲ ਤਾਂ ਛੇਵੇਂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਜਵਾਨੀ ਕੋਈ ਬਾਧ ਘਾਟ ਨਹੀਂ ਕਰਦੇ, ਕਿਉਂਕਿ ਪਾਤਸ਼ਾਹ ਜੀ ਗੁਰਬਾਣੀ ਦਾ ਬੜਾ ਸਤਿਕਾਰ ਕਰਦੇ ਹੈ। ਚਲੋ ਜੇ ਮੰਨ ਲਿਆ ਜਾਵੇ ਵੀ ਛੇਵੇਂ ਪਾਤਸ਼ਾਹ ਨੇ ਕਹਿਤਾ
ਤਾਂ ਫਿਰ ਦਸਮੇਸ਼ ਪਿਤਾ ਜੀ ਨੇ ਜਦੋਂ ਭਾਈ ਮਣੀ ਸਿੰਘ ਜੀ ਤੋਂ ਗੁਰਬਾਣੀ ਲਿਖਵਾਈ ਹੈ, ਉਸ ਵੇਲੇ ਇਹ ਪੰਗਤੀ ਲਿਖਵਾ ਦਿੰਦੇ ਵੀ 6ਵੇਂ ਰੂਪ ਦੇ ਵਿੱਚ ਅਸੀਂ ਬਚਨ ਕਰਤਾ ਸੀ, ਇਹ ਪੰਗਤੀ ਹਰ ਪੌੜੀ ਨਾਲ ਬੋਲਣੀ ਹੈ, ਤੇ ਭਾਈ ਮਣੀ ਸਿੰਘ ਜੀ ਹੁਣ ਤੁਸੀਂ ਲਿਖ ਦਿਓ। ਫਿਰ 10ਵੇਂ ਪਾਤਸ਼ਾਹ ਜੀ ਨੇ ਪੰਗਤੀ ਲਿਖਵਾਈ ਕਿਉਂ ਨਹੀਂ? ਸੋ ਕਹਿਣ ਦਾ ਭਾਵ ਗੁਰਬਾਣੀ ਦੇ ਵਿੱਚ ਕੋਈ ਵੀ ਜਵਾਨੀ ਬਾਅਦ ਘਾਟ ਗੁਰੂ ਸਾਹਿਬ ਜੀ ਕਦੇ ਵੀ ਨਹੀਂ ਕਰਦੇ। ਇਹ ਸਾਡੀਆਂ ਆਪਣੀਆਂ ਗਲਤ ਦਲੀਲਾਂ ਫਲਾਈਆਂ ਹੋਈਆਂ। ਇਹ ਗੁਰਮਤ ਕਸਵੱਟੀ ਤੇ ਗੱਲ ਪੂਰੀ ਨਹੀਂ ਉਤਰਦੀ ਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਕੋਈ ਪੰਗਤੀ ਦੇ ਵਿੱਚ ਜਵਾਨੀ ਵਾਧਾ ਕਰ ਦਿੱਤਾ। ਇੱਕ ਪਾਸੇ ਸੰਪਟ ਲਾਏ ਜਾ ਰਹੇ ਹੈ ਤੇ ਦੂਜੇ ਪਾਸੇ ਕਹਿੰਦੇ ਬਿੰਦਾ ਨਹੀਂ ਲਾਉਣਾ, ਨਾਸਕੀ ਉਚਾਰਨ ਨਹੀਂ ਕਰਨਾ। ਸੋ ਬੇਨਤੀ ਹੈ ਇਹ ਆਪਾਂ ਹੱਠ ਜਿਹੜਾ ਛੱਡੀਏ। ਜੋ ਗੁਰਮਤ ਦਲੀਲ ਹੈ, ਜੋ ਨਿਯਮ ਨੇ ਵਿਆਕਰਨ ਦੇ, ਇਹਨਾਂ ਨਿਯਮਾਂ ਨੂੰ ਮੰਨ ਕੇ ਹੀ ਗੁਰਬਾਣੀ ਦੇ ਅਰਥ ਭਾਵ ਤੋਂ ਜਾਣੂ ਹੋਇਆ ਜਾ ਸਕਦਾ ਹੈ ਤੇ ਗੁਰਬਾਣੀ ਦੇ ਆਨੰਦ ਨੂੰ ਮਾਣਿਆ ਜਾ ਸਕਦਾ ਹੈ। ਕਈ ਥਾਵਾਂ ਤੇ ਟਿੱਪੀ ਵੀ ਲਾਈ ਜਾਂਦੀ ਹੈ, ਜਿਸ ਤਰ੍ਹਾਂ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ। ਹਰ ਗੋਬਿੰਦ ਹੀ ਬੋਲਦੇ ਹਾਂ ਆਪਾਂ ਸਾਰੇ, ਪਰ ਉੱਥੇ ਵਾਹਵੇ ਨੂੰ ਹੁਸ਼ਿਆਰੀ ਤਾਂ ਲੱਗੀ ਹੈ ਪਰ ਟਿੱਪੀ ਨਹੀਂ ਲੱਗੀ ਹੋਈ, ਪਰ ਬੋਲਦੇ ਹਾਂ ਹਰ ਗੋਬਿੰਦ ਨਵਾਂ ਨਿਰੋਆ। ਪੁੱਤਰ ਕਲਤਰ ਕਾ ਕਰਹਿ ਅਹੰਕਾਰ, ਠਾਕੁਰ ਲੇਖਾ ਮੰਗਣਹਾਰ। ਉੱਥੇ ਮੰਗਣਹਾਰ ਹੀ ਬੋਲਦੇ ਹਾਂ ਪਰ ਉੱਥੇ ਮੰਮੇ ਤੇ ਟਿੱਪੀ ਨਹੀਂ। ਜੇ ਪਾਠ ਕਰਾਂਗੇ ਠਾਕੁਰ ਲੇਖਾ ਮਗਨਹਾਰ, ਕਿਸ ਤਰ੍ਹਾਂ ਗੱਲ ਬਣੇਗੀ? ਪੰਡਿਆ ਕਵਣ ਕਮਤ ਤੁਮ ਲਾਗੇ, ਬੂਢੋਂਗੇ ਪਰਿਵਾਰ ਸਕਲ ਸਿਓ ਨਾਮ ਨਾ ਜਪੋ ਭਾਗੇ। ਪੰਡਿਆ, ਇੱਥੇ ਪੰਡਿਆ ਹੀ ਬੋਲਿਆ ਜਾਵੇਗਾ, ਪਰ ਲਿਖਿਆ ਕੀ ਹੈ? ਪੱਪਾ ਡੱਡੇ ਨੂੰ ਵਿਹਾਰੀ ਆੜੇ ਨੂੰ ਕੰਨਾ। ਫਿਰ ਸਾਰੰਗ, ਕਿਤੇ ਸਾਰਗ ਲਿਖਿਆ ਹੈ, ਰਾਰੇ ਦੀ ਟਿੱਪੀ ਨਹੀਂ ਲੱਗੀ, ਉੱਥੇ ਵੀ ਆਪਾਂ ਸਾਰੰਗ ਹੀ ਬੋਲਾਂਗੇ। ਕੋਈ ਇੱਕੋ ਹੀ ਰਾਗ ਹੈ? ਇਹ ਤਾਂ ਹੈ ਨਹੀਂ ਵੀ ਸਾਰੰਗ ਰਾਗ ਹੋਰ ਹੈ ਤੇ ਸਾਰਗ ਰਾਗ ਹੋਰ ਹੈ। ਉੱਥੇ ਕਿਤੇ ਟਿੱਪੀ ਕਿਉਂ ਨਹੀਂ ਲਾਈ? ਇਹ ਸੰਕੇਤਕ ਗੱਲਾਂ ਨੇ, ਭਾਵੇਂ ਕਿ ਲੋੜ ਪੈਣ ਤੇ ਤੁਸੀਂ ਟਿੱਪੀ ਲਾ ਸਕਦੇ ਹੋ। ਸੋ ਜਿੱਥੇ ਸਾਰੰਗ ਦੇ ਰਾਰੇ ਤੇ ਟਿੱਪੀ ਨਹੀਂ ਲੱਗੀ, ਉੱਥੇ ਵੀ ਸਾਰੰਗ ਹੀ ਆਪਾਂ ਬੋਲਦੇ ਹਾਂ। ਫਿਰ 1313 ਪੰਨੇ ਤੇ ਚੌਥੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ, ਉੱਥੇ ਗੋਬਿੰਦ ਗੋਬਿੰਦ ਲਫ਼ਜ਼ ਦੇ ਪਹਿਲੇ ਦੋ ਗੋਬਿੰਦ ਗੋਬਿੰਦ ਨੂੰ ਵਾਹਵੇ ਤੇ ਟਿੱਪੀ ਲੱਗੀ ਹੈ, ਪਰ ਬਾਕੀ ਗੋਬਿੰਦ ਲਫ਼ਜ਼ ਦੇ ਵਾਹਵੇ ਤੇ ਟਿੱਪੀ ਨਹੀਂ ਲੱਗੀ, ਪਰ ਉਚਾਰਨ ਅਸੀਂ ਸਾਰੇ ਗੋਬਿੰਦ ਗੋਬਿੰਦ ਹੀ ਕਰਦੇ ਹਾਂ। ਜਿਸ ਤਰ੍ਹਾਂ ਮਹੱਲਾ ਚੌਥਾ, ਗੋਬਿੰਦ 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 ਹਰ ਗੋਬਿੰਦ ਗੁਣੀ ਨਿਧਾਨ, ਗੋਬਿੰਦ ਗੋਬਿੰਦ ਗੁਰਮਤਿ ਧਿਆਈਐ ਤਾਂ ਦਰਗਾਹ ਪਾਈਐ ਮਾਣ, ਗੋਬਿੰਦ 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 ਜਪ ਮੁਖ ਉਜਲਾ ਪ੍ਰਧਾਨ, ਨਾਨਕ ਗੁਰ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ। ਹੁਣ ਇੱਥੇ ਗੋਬਿੰਦ 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 ਜਪ, ਇੱਥੇ ਕਿਤੇ ਵੀ ਵਾਹਵੇ ਨੂੰ ਹੁਸ਼ਿਆਰੀ ਤਾਂ ਹੈ ਪਰ ਟਿੱਪੀ ਕਿਤੇ ਨਹੀਂ ਲੱਗੀ, ਪਰ ਆਪਾਂ ਪੜ੍ਹਦੇ ਹਾਂ ਗੋਬਿੰਦ 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 ਜਪ ਮੁਖ ਉਜਲਾ ਪ੍ਰਧਾਨ। ਜੇ ਪਾਠ ਕਰਾਂਗੇ ਗੋਬਿੰਦ ਗੋਬਿੰਦ ਗੋਬਿੰਦ, ਕਿਸ ਤਰ੍ਹਾਂ ਲੱਗੇਗਾ? ਸੋ ਕਹਿਣ ਦਾ ਭਾਵ ਲੋੜ ਪੈਣ ਦੇ ਉੱਤੇ ਟਿੱਪੀ ਵੀ ਲਾਈ ਜਾਂਦੀ ਹੈ। ਫਿਰ ਆਪਾਂ ਜੋ ਹਾਹੇ ਨੂੰ ਔਂਕੜ, ਇਹਨਾਂ ਸ਼ਬਦਾਂ ਨੂੰ ਬੋਲਣ ਦਾ ਨਿਯਮ ਸਿੱਖਣ ਦੀ ਕੋਸ਼ਿਸ਼ ਕਰੀਏ। ਜਿਸ ਤਰ੍ਹਾਂ ਥਿਤਵਾਰ ਨਾ ਜੋਗੀ ਜਾਣਾ, ਰੁੱਤ ਮਾਹ ਨਾ ਕੋਈ, ਇਹ ਉਚਾਰਨ ਕੀ ਹੋ ਗਿਆ? ਮਾਹ। ਜੋ ਹਾਹੇ ਨੂੰ ਔਂਕੜ ਹੈ, ਇਹ ਦੱਸਦੀ ਹੈ ਇੱਥੇ ਇੱਕ ਮਹੀਨੇ ਦਾ ਅਰਥ ਹੈ। ਇਹ ਇੱਕ ਵਚਨ ਪੁਲਿੰਗ ਨਾਂਵ ਹੈ। ਜੇ ਹਾਹਾ ਮੁਕਤਾ ਹੁੰਦਾ ਫਿਰ ਅਰਥ ਹੁੰਦਾ ਮਹੀਨੇ। ਮਾਹ ਦਿਵਸ ਮੂਰਤ ਭਲੇ ਜਾ ਕੋ ਨਦਰ ਕਰੇ, ਮਾਹ ਉੱਥੇ ਮਹੀਨੇ ਦਾ ਅਰਥ ਹੈ। ਸੋ ਜਿੱਥੇ ਇੱਕ ਵਚਨ ਨਾਂਵ ਹੋਵੇ ਉੱਥੇ ਹਾਹੇ ਦਾ ਔਂਕੜ ਨਹੀਂ ਬੋਲਦਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜੋ ਪਾਤਸ਼ਾਹ ਦੇ ਹਾਹੇ ਨੂੰ ਔਂਕੜ ਹੈ, ਇਹਦਾ ਭਾਵ ਇੱਥੇ ਇੱਕ ਪਾਤਸ਼ਾਹ ਦਾ ਅਰਥ ਹੈ। ਇਹ ਇੱਕ ਵਚਨ ਪੁਲਿੰਗ ਨਾਂਵ ਹੈ। ਜੋ ਸ਼ਾਹ ਦੇ ਹਾਹੇ ਨੂੰ ਔਂਕੜ ਹੈ, ਉਹਦਾ ਵੀ ਇਹੀ ਅਰਥ ਹੈ, ਇੱਕ ਸ਼ਾਹ। ਸੋ ਇਹ ਔਂਕੜ ਵਿਆਕਰਨਕ ਹੈ, ਇਹ ਔਂਕੜ ਉਚਾਰਨਾਤਮਕ ਨਹੀਂ। ਜਿੱਥੇ ਇੱਕ ਵਚਨ ਪੜਨਾਮ ਹੈ, ਉੱਥੇ ਵੀ ਹਾਹੇ ਦਾ ਔਂਕੜ ਨਹੀਂ ਬੋਲਦਾ। ਜਿਵੇਂ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹ ਵਿਡਾਨ, ਉਹ ਵੇਖੈ
ਉਹ ਜਿਹੜੀ ਹਾਹੇ ਨੂੰ ਔਂਕੜ ਹੈ, ਇਹ ਇੱਕ ਵਚਨ ਪੜਨਾਮ ਦਾ ਸੂਚਕ ਹੈ, ਪਰਮਾਤਮਾ ਵੱਲ ਇਸ਼ਾਰਾ ਹੈ। ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿੜਾਨ, ਇਹੋ ਵਿੜਾਨ ਨਹੀਂ ਬੋਲਣਾ, ਇਹ ਵਿੜਾਨ। ਸੋ ਇੱਦਾਂ ਜਿੱਥੇ ਵੀ ਇਹ ਇੱਕ ਵਚਨ ਪੜਨਾਮ ਹੈ, ਉੱਥੇ ਵੀ ਹਾਹੇ ਦਾ ਔਂਕੜ ਨਹੀਂ ਬੋਲਦਾ। ਉਹ ਬੋਲਣਾ, ਉਹ ਨਹੀਂ ਬੋਲਣਾ, ਇਹ ਬੋਲਣਾ, ਇਹੋ ਨਹੀਂ ਬੋਲਣਾ। ਸੋ ਇੱਦਾਂ ਇਹ ਨਿਯਮ ਨੂੰ ਅਸੀਂ ਚੰਗੀ ਤਰ੍ਹਾਂ ਦ੍ਰਿੜ ਕਰਨਾ ਹੈ। ਜਿੱਥੇ ਮੱਧਮ ਪੁਰਖ ਕਿਰਿਆਵਾਚੀ ਲਫ਼ਜ਼ ਹੋਵੇ, ਉੱਥੇ ਹਾਹੇ ਦਾ ਔਂਕੜ ਬੋਲਦਾ। ਜਿਸ ਤਰ੍ਹਾਂ ਆਪੇ ਵੀ ਜਾਪੇ ਹੀ ਖਾਹੋ, ਖੱਖੇ ਦਾ ਕੰਨਾ ਥੋੜਾ ਲਮਕਾ ਕੇ ਬੋਲਣਾ ਹੈ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਸੋ ਇਹ ਕੀ ਹੈ? ਗਾਵਹੋ ਭਾਵ ਕਿ ਆਓ ਸਿੱਖੋ ਗੁਰਬਾਣੀ ਗਾਓ। ਮੱਧਮ ਪੁਰਖ ਕਿਰਿਆਵਾਚੀ ਲਫ਼ਜ਼ ਹੈ, ਉੱਥੇ ਹਾਹੇ ਦਾ ਔਂਕੜ ਬੋਲਦਾ ਹੈ। ਆਪੇ ਵੀ ਜਾਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ। ਜਿੱਥੇ ਵਿਆਕਰਨਕ ਸ਼ਿਹਾਰੀ ਹੁੰਦੀ ਹੈ, ਇਹ ਵਿਆਕਰਨਕ ਸ਼ਿਹਾਰੀ ਜਿੱਥੇ ਕਾਰਕ ਰੂਪ ਦੇ ਵਿੱਚ ਹੈ ਭਾਵ, ਉੱਥੇ ਸ਼ਿਹਾਰੀ ਨਹੀਂ ਬੋਲਦੀ। ਜਿਸ ਤਰ੍ਹਾਂ ਗੁਰ ਪ੍ਰਸਾਦ, ਦੱਦੇ ਨੂੰ ਸ਼ਿਹਾਰੀ ਕੀ ਦੱਸਦੀ ਹੈ? ਗੁਰੂ ਦੀ ਕਿਰਪਾ ਦੁਆਰਾ। ਕਈ ਵੀਰ ਪਾਠ ਕਰਦੇ ਹੈ ਪ੍ਰਸਾਦ, ਆਪਣੀ ਜਾਣੇ ਉਹ ਸ਼ਿਹਾਰੀ ਬੋਲਣ ਦੀ ਕੋਸ਼ਿਸ਼ ਕਰਦੇ ਹੈ। ਨਹੀਂ, ਇਹ ਸ਼ਿਹਾਰੀ ਕਾਰਕ ਰੂਪ ਹੈ। ਜਿਵੇਂ ਖੂਹ ਲਫ਼ਜ਼ ਬੋਲਦੇ ਹਾਂ ਆਪਾਂ ਸਾਰੇ, ਜੇ ਹਾਹੇ ਨੂੰ ਸ਼ਿਹਾਰੀ ਲੱਗੀ ਹੈ ਤਾਂ ਖੂਹੇ ਨਹੀਂ ਬੋਲਣਾ। ਖੂਹ ਸ਼ਿਹਾਰੀ ਦੱਸਦੀ ਹੈ, ਖੂਹ ਵਿੱਚ ਦਾ ਅਰਥ ਹੈ। ਜਿਵੇਂ ਆਹਰ ਲਫ਼ਜ਼ ਦੱਸਦਾ ਹੈ, ਜੇ ਸ਼ਿਹਾਰੀ ਲੱਗੀ ਹੈ ਤਾਂ ਆਹਰ ਦੁਆਰਾ, ਉਹ ਆਹਰ ਨਹੀਂ ਬੋਲਣਾ, ਸ਼ਿਹਾਰੀ ਨਹੀਂ ਬੋਲਦੀ, ਉਹ ਆਹਰ ਹੀ ਬੋਲੇਗਾ। ਸੋ ਕਹਿਣ ਦਾ ਭਾਵ ਜਿੱਥੇ ਸ਼ਿਹਾਰੀ ਕਾਰਕ ਰੂਪ ਦੇ ਵਿੱਚ ਹੈ, ਉੱਥੇ ਸ਼ਿਹਾਰੀ ਨਹੀਂ ਬੋਲਦੀ। ਜਿੱਥੇ ਕਿਸੇ ਵੀ ਸ਼ਬਦ ਦੀ ਆਪਣੀ ਸ਼ਿਹਾਰੀ ਹੈ, ਉਹ ਤਾਂ ਉਚਾਰਨ ਕਰਨੀ ਹੀ ਹੈ। ਫਿਰ ਸ਼ੁੱਧ ਉਚਾਰਨ ਕਰਨ ਵਾਸਤੇ ਸਹੀ ਪਦ ਵੰਡ ਕਰਨੀ ਜ਼ਰੂਰੀ ਹੈ, ਵੀ ਕਿਸੇ ਲਫ਼ਜ਼ ਨੂੰ ਕਿਵੇਂ ਅਸੀਂ ਵੰਡ ਕੇ ਬੋਲਣਾ ਹੈ। ਜਿਸ ਤਰ੍ਹਾਂ ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ। ਆਲਾਪਤ, ਉੱਥੇ ਆਲਾਪਤ ਨਹੀਂ ਕਰਨਾ, ਆਲਾਪਤ। ਇਹਨੂੰ ਕਹਿੰਦੇ ਪਦ ਵੰਡ, ਵੀ ਕਿਸੇ ਲਫ਼ਜ਼ ਦੇ ਅੱਖਰਾਂ ਨੂੰ ਕਿਵੇਂ ਵੰਡ ਕੇ ਬੋਲਣਾ ਹੈ। ਜੋ ਬੇਵਰਜਤ ਤਿਸ ਸਿਉਨੇ ਬੇਵਰਜਤ, ਬੇਵਰਜਤ ਨਹੀਂ ਪਾਠ ਕਰਨਾ, ਬੇਵਰਜਤ। ਲਾ ਇਤਵਾਰੀ ਖਾਏ, ਲਾ ਇਤਵਾਰੀ ਨਹੀਂ ਬੋਲਣਾ, ਗਲਤ ਲਫ਼ਜ਼ਾਂ ਦੀ ਵੰਡ ਹੋ ਗਈ। ਲਾ ਇਤਵਾਰੀ। ਮਨ ਸਮਝਾਵਣ ਕਾਰਨੇ ਕਸ਼ੂਕ, ਪੜ੍ਹੀਆ ਗਿਆਨ ਕਸ਼ੂਕ। ਜੇ ਪਾਠ ਕਰਤਾ ਕਸ਼ੂ ਅਕ ਤਾਂ ਅਸ਼ੁੱਧ ਹੋ ਗਿਆ। ਜਿੱਥੇ ਮਨ ਵਿੱਚ ਤੇ ਮੁੱਖ ਵਿੱਚ ਦਾ ਅਰਥ ਹੈ, ਉੱਥੇ ਵੱਖਰਾ ਵੱਖਰਾ ਬੋਲਣਾ। ਜਿਵੇਂ ਮਨ, ਮੁੱਖ, ਸੱਚਾ ਨਾਉ। ਹਾਂ, ਜੇ ਮਨਮੁਖ ਦਾ ਅਰਥ ਹੋਵੇ ਭਾਵ ਮਨ ਦੇ ਪਿੱਛੇ ਲੱਗਣ ਵਾਲਾ, ਤਾਂ ਇਕੱਠਾ ਉਚਾਰਨ ਹੋਵੇਗਾ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ। ਇਵੇਂ ਜਿਵੇਂ ਜੇ ਦੁਆਰਾ ਦਾ ਅਰਥ ਹੈ ਤਾਂ ਪੁਨਰਪ ਇਕੱਠਾ ਬੋਲੇਗਾ, ਪੁਨਰਪ। ਪਰ ਜੇ ਪੁੰਨਾਂ ਵਿੱਚ ਰੰਗਣ ਦਾ ਅਰਥ ਹੈ ਤਾਂ ਪੁੰਨ ਰੱਪ, ਫਿਰ ਪਦ ਛੇਦ ਕਰਕੇ ਪਦ ਵੰਡ ਕਰਕੇ ਬੋਲਿਆ ਜਾਵੇਗਾ। ਸੋ ਇੱਦਾਂ ਇਹ ਪਦ ਵੰਡ ਕਰਨੀ ਸਿੱਖਣੀ ਵੀ ਬਹੁਤ ਜ਼ਰੂਰੀ ਹੈ। ਪਰ ਕੁਝ ਲਫ਼ਜ਼ ਇਹੋ ਜਿਹੇ ਵੀ ਹੁੰਦੇ ਹੈ ਜਿੱਥੇ ਪਦ ਛੇਦ ਨਹੀਂ ਕਰਨਾ, ਇਕੱਠਾ ਹੀ ਬੋਲਣਾ ਸਾਰੇ ਲਫ਼ਜ਼ਾਂ ਨੂੰ। ਜਿਵੇਂ ਅਸੰਖ ਗਲਵੱਢ ਹੱਤਿਆ